ਦੇ ਲੋਕਾਂ ਦੇ ਕੈਂਪ ਨੂੰ ਘੇਰ ਲਓ। ਅੱਜ ਅਸੀਂ ਪੂਰੀ ਦੁਨੀਆ ਜਿੱਤ ਲਵਾਂਗੇ। ਅੱਜ ਇਸ ਦੁਨੀਆ ਦਾ ਆਖਰੀ ਦਿਨ ਹੈ। ਇਹਨੂੰ ਧੱਕਾ ਮਾਰਨ 'ਚ ਮੇਰੀ ਮਦਦ ਕਰੋ। ਮੇਰੇ ਮੰਨੇ ਤਾਂ ਤੈਨੂੰ ਆਪਣੇ ਪਾਪਾ ਦੇ ਸੁਪਰ ਬੁੱਕ ਪਾਵਰ ਜਨਰੇਟਰ ਨੂੰ ਛੇੜਨਾ ਨਹੀਂ ਚਾਹੀਦਾ ਹੈ। ਪਰ ਮੰਮੀ ਨੇ ਕਿਹਾ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਘਰ ਸਾਫ਼ ਕਰਨਾ ਹੈ। ਤੁਹਾਡੇ ਲੋਕਾਂ ਦੇ ਸਪ੍ਰਿੰਗ ਕਲੀਨਿੰਗ ਕਹਿਣ ਤੋਂ ਪਹਿਲਾਂ ਹੀ ਇਸ ਦੀ ਪਾਵਰ ਨਾਲ ਪੂਰੇ ਘਰ ਦੀ ਮਿੱਟੀ ਸਾਫ਼ ਹੋ ਜਾਵੇਗੀ। तेरे पापा ने किया से गिज़्मो ਨੂੰ ਕਦੇ ਵੀ ਸਵਿਚ ਆਫ ਨਹੀਂ ਕਰਨਾ। ਕੰਮ ਖਤਮ ਕਰਕੇ ਮੈਂ ਇਹਨੂੰ ਦੁਬਾਰਾ ਔਨ ਕਰ ਦੇਵਾਂਗਾ। ਕ੍ਰਿਸ, ਇਹਨੂੰ ਅੱਗ ਲੱਗ ਗਈ ਹੈ। ਇਹ ਬਚਨ ਹੈ ਸਦਾ ਸਾਰੇ ਜਹਾਂ ਦੇ ਲਈ। एक कहानी सदा है जो सच। सुपर बुक Sana ga Osana, e bachan hai Super Book. Sana ga Osana, e bachan hai Super Book. गिज़्मो, मेरा टूट जा कमांड। यस, आग। घबरा नहीं जोए। क्रिस, क्रिस चल बैठिए, चल। नहीं। क्रिस, चल हुण सब ठीक हो कुछ भी जाएगा। ठीक नहीं होने वाला जॉय। एक कदे ठीक नहीं होवेगा। तेरे माँ-प्यो ਨੂੰ ਕੀ ਦੱਸਾਂਗੇ? ਕੀ ਫਰਕ ਪੈਂਦਾ ਹੈ? ਮੈਨੂੰ ਇਸ ਗਲਤੀ ਲਈ ਕਦੇ ਵੀ ਮਾਫ ਨਹੀਂ ਕੀਤਾ ਜਾਵੇਗਾ, ਕਦੇ ਨਹੀਂ। नहीं, ਹੁਣ ਨਹੀਂ ਸੁਪਰ ਬੁੱਕ में नहीं जाना। ਦੁਨੀਆ ਵਿੱਚ ਕੁਝ ਵੀ ਐਸਾ ਨਹੀਂ ਹੈ ਜਿਹੜਾ ਮਾਫ ਨਹੀਂ ਕੀਤਾ ਜਾ ਸਕਦਾ। ਧਿਆਨ ਦੇ ਨਾਲ ਚੰਗੀ ਤਰ੍ਹਾਂ ਸੁਣ, ਵਕਤ ਬੜਾ ਘੱਟ ਹੈ। ਅਸੀਂ ਕਿੱਥੇ ਆ ਗਿਜ਼ਮੋ? ਜੋਏ, ਕੀ ਤੂੰ ਫਰਿਸ਼ਤਾ ਹੈ? ਆਹੋ, ਮੈਂ ਹਾਂ। ਮੁੰਡਾ ਚੰਗਾ ਹੈ। ਇਹ ਦੱਸ ਤੂੰ ਹੈ ਕੌਣ ਤੇ ਤੂੰ ਇੱਥੇ ਕੀ ਕਰ ਰਿਹਾ ਹੈ? ਮੇਰਾ ਨਾਮ ਕ੍ਰਿਸ ਹੈ। ਸੁਪਰ ਬੁੱਕ ਮੈਨੂੰ ਇੱਥੇ ਲਿਆਇਆ ਹੈ। ਬਸ ਮੈਂ ਸਮਝ ਗਿਆ। ਤੂੰ ਰੱਬ ਨੂੰ ਨਾਰਾਜ਼ ਕਰ ਬੈਠਾ ਹੈ। ਕੁਝ ਗਲਤੀ ਕਰਕੇ ਮੈਂ ਜਾਣਦਾ ਹਾਂ ਤੈਨੂੰ ਕੀ ਮਹਿਸੂਸ ਹੋ ਰਿਹਾ ਹੈ। ਇੱਕ ਵਾਰੀ ਮੈਂ ਵੀ ਕੁਝ ਕੀਤਾ ਸੀ, ਕੁਝ ਬੁਰਾ। ਸੱਚੀ? ਤੇਰੇ ਨਾਲ ਕੀ ਹੋਇਆ ਸੀ? ਤੂੰ ਸਹੀ ਕਿਹਾ ਪੁੱਤ,
ਸਾਡੇ ਵਰਗੇ ਲੋਕਾਂ ਲਈ ਮਾਫੀ ਨਹੀਂ ਹੁੰਦੀ ਹੈ। ਪਰ ਕੋਈ ਗੱਲ ਨਹੀਂ, ਤੂੰ ਕੱਲਾ ਨਹੀਂ ਹੈ, ਮੈਂ ਵੀ ਤੇਰੇ ਨਾਲ ਹਾਂ। ਮੈਨੂੰ ਇਹਦੀ ਆਦਤ ਪਾਣੀ ਬੜੀ ਔਖੀ ਹੋ ਰਹੀ ਹੈ। ਗੈਸ ਕ੍ਰਿਸ ਕਿੱਥੇ ਹੈ? ਹੁਣੇ ਤਾਂ ਇੱਥੇ ਹੀ ਕਿਤੇ ਕ੍ਰਿਸ। ਸਾਨੂੰ ਨੂੰ ਇਸ ਵੇਲੇ ਕੱਲਿਆਂ ਨਹੀਂ ਛੱਡਣਾ ਚਾਹੀਦਾ। ਜੋਏ, ਕ੍ਰਿਸ ਇਕੱਲਾ ਗੁਆਚਾ ਨਹੀਂ ਹੈ। ਮੇਰਾ ਕ੍ਰੋਨੋਮੀਟਰ ਦੱਸ ਰਿਹਾ ਹੈ ਕਿ ਅਸੀਂ ਹਲੇ ਟਾਈਮ ਅਤੇ ਸਪੇਸ ਦੇ ਬਾਹਰ ਹਾਂ। ਖਰਾਬ ਤੇ ਨਹੀਂ ਹੋ ਗਿਆ? सही है। ਮੇਰਾ ਫੇਸ ਇੰਡੀਕੇਟਰ ਦੱਸ ਰਿਹਾ ਹੈ ਕਿ ਤੁਸੀਂ ਯੂਹੰਨਾ ਹੋ, ਯਿਸੂ ਦਾ ਦੋਸਤ। ਯੋਹੰਨਾ, ਕੀ ਤੁਸੀਂ ਸਾਡੇ ਦੋਸਤ ਕ੍ਰਿਸ ਨੂੰ ਵੇਖਿਆ ਹੈ? ਅਸੀਂ ਵਿਛੜ ਗਏ ਹਾਂ। माफ करना, नहीं वेख्या। ਲੱਗਦਾ ਤੁਹਾਡੇ ਸੈਂਸਰ ਚੰਗੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਕਿ ਦੱਸ ਸਕਣ ਅਸੀਂ ਕਿੱਥੇ ਅਤੇ ਕਿਹੜੇ ਵੇਲੇ 'ਚ ਹਾਂ। ਅਸੀਂ ਸਵਰਗ ਦੇ ਸਿੰਘਾਸਣ ਵਾਲੇ ਕਮਰੇ ਦੇ ਬਾਹਰ ਹਾਂ ਅਤੇ ਵਕਤ ਦੇ ਆਖਿਰ ਵਿੱਚ ਹਾਂ। ਸਵਰਗ ਦੇ ਸਿੰਘਾਸਣ ਵਾਲਾ ਕਮਰਾ? ਹਾਂ, ਮੈਂ ਇੱਥੇ ਦਿਨ ਦਾ ਆਖਿਰ ਵੇਖਣ ਦਾ ਸਾਖੀ ਹਾਂ। ਜਦੋਂ ਯਿਸੂ ਵਾਪਸ ਇੱਥੇ ਮੁੜ ਕੇ ਆਉਣਗੇ ਤਾਂ ਉਹ ਦੁਨੀਆ ਨੂੰ ਠੀਕ ਕਰਨਗੇ। ਮੈਂ ਪਹਿਲਾਂ ਵੀ ਹੈਰਾਨ ਕਰਨ ਵਾਲੀਆਂ ਘਟਨਾਵਾਂ ਦਾ ਸਾਖੀ ਹਾਂ। ਸੁੱਖੇ ਦੀ ਦਹਿਸ਼ਤ, ਜੰਗ, ਫਰਿਸ਼ਤਿਆਂ ਦਾ ਤੇਜ, ਰੱਬ ਦੀ ਮਹਿਮਾ। ਯੋਹੰਨਾ, ਤੁਹਾਨੂੰ ਇਹ ਸਭ ਕਿਉਂ ਵਿਖਾਇਆ ਜਾ ਰਿਹਾ ਹੈ? ਤਾਂ ਜੋ ਮੈਂ ਭਵਿੱਖ ਦਾ ਦ੍ਰਿਸ਼ਟਾਂਤ ਲਿਖ ਸਕਾਂ, ਮਾਨਵਤਾ ਦੀ ਭਲਾਈ ਦੇ ਲਈ। ਓਹ, ਇਹ ओरिजिनल स्टाइलस 1.0 है। ਵਧੀਆ। ਨਿੱਜੀ ਤੌਰ ਤੇ ਮੈਨੂੰ ਵਾਟਰ ਬॉय ਕੁਇਲ 3000 ਇਲੈਕਟ੍ਰਿਕ ਸਟਾਈਲਸ ਪਸੰਦ ਹੈ। ਇਹ ਲਿਖ ਸਕਦਾ ਹੈ ਜ਼ੀਰੋ ਗ੍ਰੈਵਿਟੀ ਵਿੱਚ, ਪਾਣੀ ਦੇ ਅੰਦਰ, ਜਲਾਂ ਦੇ ਬਰਤਨ ਦੇ ਅੰਦਰ। ਐਕਸਕਿਊਜ਼ ਮੀ, ਸਾਡੇ ਕੋਲ ਹੋਰ ਵੀ ਜ਼ਰੂਰੀ ਕੰਮ ਹਨ। ਵਾਟਰ ਬॉय ਇਲੈਕਟ੍ਰਿਕ ਸਟਾਈਲਸ ਨਾਲੋਂ ਵੀ ਜ਼ਰੂਰੀ? ਹਾਂ, ਜਿਵੇਂ ਕ੍ਰਿਸ ਕਿੱਥੇ ਹੈ? ਓਏ, तेरा कोई कसूर नहीं है कि तेरे नाल बुरा होया। ਮੇਰਾ ਹੀ ਕਸੂਰ ਹੈ। ना, निर्माण ही भ्रिष्ट है, सब कसूर रब दा है। ਇਹ ਰੱਬ ਦਾ ਕਸੂਰ ਹੈ। ਬਿਲਕੁਲ। ਅਸੀਂ ਭਾਵੇਂ ਜਿੰਨੀ ਵੀ ਕੋਸ਼ਿਸ਼ ਕਰੀਏ ਇਸ ਦੁਨੀਆ ਨੂੰ ਬਿਹਤਰ ਬਣਾਉਣ ਦੀ, ਬੁਰੀਆਂ ਗੱਲਾਂ ਫੇਰ ਵੀ ਹੋ ਜਾਂਦੀਆਂ ਹਨ, ਕੰਮ ਗਲਤ ਹੋ ਜਾਂਦੇ ਹਨ। ਲੋਕਾਂ ਕੋਲ ਸਭ ਕੁਝ ਹੁੰਦਿਆਂ ਹੋਏ ਵੀ ਜਿਵੇਂ ਪੈਸਾ, ਤਾਕਤ, ਉਹ ਫੇਰ ਵੀ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਸੀਂ ਭਾਵੇਂ ਜਿੰਨਾ ਵੀ ਅਮਨ ਸ਼ਾਂਤੀ ਚਾਹੁੰਦੇ ਹਾਂ, ਜੰਗ ਤਾਂ ਹੋ ਹੀ ਜਾਂਦੀ ਹੈ। ਪਰ ਇਹ ਤਾਂ ਲੋਕਾਂ ਉੱਤੇ ਹੈ ਕਿ ਉਹ ਕੀ ਚਾਹੁੰਦੇ ਨੇ। ਇਸ ਵਿੱਚ ਰੱਬ ਦਾ ਕੀ ਕਸੂਰ ਹੈ? ਕੀ ਇਹ ਬੁਰੀ ਗੱਲ ਨਹੀਂ ਹੈ? ਰੱਬ ਇਸ ਦੁਨੀਆ ਦੀ ਰਚਨਾ ਕਰਕੇ ਦੂਜਿਆਂ ਦੀਆਂ ਗਲਤੀਆਂ ਲਈ ਮਜ਼ਲੂਮਾਂ ਨੂੰ ਸਜ਼ਾ ਦਿੰਦਾ ਹੈ। ਨਹੀਂ, ਰੱਬ ਮਾਫ ਕਰਦਾ ਹੈ। ਮਾਫ ਕਰਦਾ ਹੈ? ਸਿਰਫ ਸ਼ਬਦ ਵਿੱਚ ਮਾਫੀ ਕੋਈ ਚੀਜ਼ ਨਹੀਂ ਹੁੰਦੀ। ਰੱਬ ਅਗਰ ਵਾਕਈ ਮਾਨਵਤਾ ਵਿੱਚ ਸ਼ਾਂਤੀ ਚਾਹੁੰਦਾ ਹੁੰਦਾ ਤਾਂ ਫਿਰ ਇਹ ਦੱਸ, ਬਿਮਾਰੀਆਂ ਤੇ ਮੌਤ ਕਿਉਂ ਹਨ? ਇੰਨੇ ਲੋਕੀ ਭੁੱਖ ਨਾਲ ਰੋਜ਼ ਕਿਉਂ ਮਰਦੇ ਹਨ? ਉਹਨਾਂ ਦਾ ਕੀ ਕਸੂਰ ਹੈ? ਤੇ ਫਿਰ ਹੜ੍ਹ, ਤੂਫਾਨ ਅਤੇ ਬਾਕੀ ਕੁਦਰਤੀ ਕਿਆਮਤਾਂ? ਅਤੇ ਉਸ ਬੱਚੇ ਬਾਰੇ ਸੋਚ ਜਿਹੜਾ ਆਪਣੇ ਮਾਂ-ਪਿਓ ਦੀ ਘਰ ਵਿੱਚ ਮਦਦ ਕਰਦਾ ਹੈ, ਉਸ ਨੂੰ ਇਸ ਦਾ ਕੀ ਸਿਲਾ ਮਿਲਦਾ ਹੈ? ਗੈਸ, ਅੱਗ! ਕੀ ਇਹ ਠੀਕ ਹੈ? ਨਹੀਂ, ਸਮੱਸਿਆ ਦੀ ਵਜ੍ਹਾ ਅਸੀਂ ਨਹੀਂ ਹਾਂ। ਅਸੀਂ ਘੱਟ ਤੋਂ ਘੱਟ ਚੰਗੇ ਬਣਨ ਦੀ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ। ਸਾਫ਼ ਨਜ਼ਰ ਆ ਰਿਹਾ ਹੈ ਕਿ ਸਮੱਸਿਆ ਇੱਥੇ ਰੱਬ ਦੀ ਹੈ। ਸਾਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਸੁਪਰਬੁੱਕ ਸਾਨੂੰ ਕਿੱਥੇ ਲੈ ਜਾ ਰਿਹਾ ਹੈ। ਪਰ ਸਾਨੂੰ ਅਸਾਧਾਰਨ ਲੋਕਾਂ ਕੋਲੋਂ ਵਿਚਿੱਤਰ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਇਹ ਤਾਂ ਇੱਕਦਮ ਪ੍ਰਭੂ ਦੇ ਰੂਹਾਨੀ ਚਾਨਣ ਵਾਲੀਆਂ ਗੱਲਾਂ ਹਨ, ਜਿਸ ਕਰਕੇ ਮੈਂ ਇੱਥੇ ਆਇਆ ਹਾਂ। ਉਹ ਸਾਡਾ ਮਾਰਗਦਰਸ਼ਕ ਤੇ ਗੁਰੂ ਹੈ। ਰੂਹਾਨੀ ਚਾਨਣ? ਹਾਂ,
ਯਿਸੂ ਦੇ ਵਾਅਦੇ ਅਨੁਸਾਰ ਜਦੋਂ ਉਹ ਸਵਰਗ ਤੋਂ ਵਾਪਸ ਆਪਣੀ ਆਈ ਤੇ ਆ ਜਾਵੇਗਾ। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦੀਆਂ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਮੇਰੇ ਗਵਾਹ ਹੋਵੋਗੇ। ਕੀ ਕਰ ਰਿਹਾ ਹੈ ਗਿਸ? ਇੱਥੇ ਨਹੀਂ ਹੈ ਨਾ, ਇੱਥੇ ਵੀ ਨਹੀਂ ਹੈ। ਗਿਸਮੋ, ਤੂੰ ਕੀ ਕਰ ਰਿਹਾ ਹੈ ਗਿਸ? ਰੱਬ ਦਾ ਆਤਮਾ ਲੱਭ ਰਿਹਾ ਹਾਂ। ਇੱਥੇ ਹੀ ਕਿਤੇ ਹੋਣਾ ਚਾਹੀਦਾ ਹੈ। ਆਤਮਾ ਇੱਥੇ ਹੀ ਹੈ ਗਿਜ਼ਮੋ, ਪਰ ਉਹ ਨਜ਼ਰ ਨਹੀਂ ਆਉਂਦੀ। ਆਤਮਾ ਕਣ-ਕਣ ਵਿੱਚ ਹੈ, ਹਰ ਪਾਸੇ ਹੈ। ਹਰ ਪਾਸੇ? ਪਵਿੱਤਰ ਆਤਮਾ ਹਮੇਸ਼ਾ ਸਾਡੇ ਕੋਲ ਹੁੰਦਾ ਹੈ, ਤਾਕਤ ਦਿੰਦਾ ਹੋਇਆ, ਹੌਸਲਾ ਦਿੰਦਾ ਹੋਇਆ, ਸਲਾਹ ਦਿੰਦਾ ਹੋਇਆ। ਪਵਿੱਤਰ ਆਤਮਾ ਇਸ ਵੇਲੇ ਵੀ ਸਾਡੇ ਵਿੱਚ ਕੰਮ ਕਰ ਰਿਹਾ ਹੈ, ਸਾਨੂੰ ਇਸ ਪਲ ਦਾ ਅਹਿਸਾਸ ਕਰਵਾਉਣ ਵਿੱਚ। ਉਮੀਦ ਹੈ ਪਵਿੱਤਰ ਆਤਮਾ ਕ੍ਰਿਸ ਕੋਲੇ ਵੀ ਹੋਵੇ। ਮੈਨੂੰ ਸੱਦਾ ਆ ਗਿਆ ਹੈ। ਧਿਆਨ ਰੱਖਣਾ ਬੱਚਿਓ, ਹੁਣ ਇਹ ਆਖਰੀ ਦਿਨ ਹਨ। ਹੋ ਸਕਦਾ ਹੈ ਤੁਹਾਡੇ ਇਮਤਿਹਾਨ ਦਾ ਵਕਤ ਹੋਵੇ। ਉਮੀਦ ਹੈ ਸਪੈਲਿੰਗ ਦਾ ਇਮਤਿਹਾਨ ਹੋਵੇ। ਸਪੈਲਿੰਗ ਵਿੱਚ ਮੈਂ ਬਹੁਤ ਚੰਗਾ ਹਾਂ। ਚੁੱਪ ਰਹਿ। ਚੁੱਪ ਉਹਦੀ ਮਾਤਰਾ ਯੋਹੰਨਾ, ਅਸੀਂ ਹੁਣ ਕੀ ਕਰੀਏ? ਪਵਿੱਤਰ ਆਤਮਾ ਨੂੰ ਸੁਣੋ ਅਤੇ ਉਸ ਦਾ ਸ਼ੁਕਰੀਆ ਅਦਾ ਕਰੋ। ਤੈਨੂੰ ਇੱਕ ਬੇਈਮਾਨ ਤੇ ਜ਼ਾਲਮ ਰੱਬ ਦੀ ਮਾਫੀ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ। ਇਹ ਸਿਰਫ ਭਾਵਨਾਵਾਂ ਹਨ ਤੈਨੂੰ ਵਸ ਵਿੱਚ ਕਰਨ ਲਈ। ਪਰ ਮੇਰੇ ਮਾਪਿਆਂ ਦਾ ਕੀ? ਬਦਕਿਸਮਤੀ ਨਾਲ ਉਹ ਵੀ ਸਮੱਸਿਆ ਦਾ ਹਿੱਸਾ ਹਨ। ਮੈਂ ਤੇਰੀ ਮਦਦ ਕਰਾਂਗਾ। ਤੈਨੂੰ ਸਿਰਫ ਇਹ ਫਲ ਖਾਣਾ ਹੈ। ਇਸ ਤਰ੍ਹਾਂ ਤੈਨੂੰ ਤੋਹਮਤ ਦਾ ਦੋਸ਼ੀ ਹੋਣ ਦਾ ਦਰਦ ਨਹੀਂ ਹੋਵੇਗਾ। ਤੂੰ ਆਜ਼ਾਦ ਹੋਵੇਂਗਾ, ਰੱਬ ਦੇ ਵਰਗਾ। ਨਹੀਂ, ਮੈਂ ਜਾਣਦਾ ਤੂੰ ਕੌਣ ਹੈ। ਤੂੰ ਸ਼ੈਤਾਨ ਹੈ, ਬੇਈਮਾਨ ਹੈ, ਬਦਕਾਰ ਹੈ। ਫਲ ਖਾ ਲੈ, ਆਜ਼ਾਦ ਹੋ ਜਾ। ਨਹੀਂ, ਮੈਂ ਗਲਤੀ ਕੀਤੀ ਹੈ ਤੇ ਮੈਂ ਤੇਰੇ ਨਾਲ ਰਹਿਣ ਨਾਲੋਂ ਮੈਂ ਉਹਨਾਂ ਕੋਲੋਂ ਸਜ਼ਾ ਭੁਗਤਣਾ ਚਾਹਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਨੇ। ਓ ਮੰਦ ਬੁੱਧੀ ਬੇਵਕੂਫ, ਤੈਨੂੰ ਪਿਆਰ ਕਰਨ ਵਾਲੇ ਤੈਨੂੰ ਸਜ਼ਾ ਦੇਣਗੇ। ਕੋਈ ਤੈਨੂੰ ਪਿਆਰ ਨਹੀਂ ਕਰਦਾ, ਤਾਈਓ ਤੂੰ ਇੱਥੇ ਕੱਲਾ ਹੈ। ਤੇਰੇ ਕੋਲ ਕੋਈ ਵੀ ਤਗੜਾ ਆਦਮੀ ਨਹੀਂ ਜਿਹੜਾ ਤੈਨੂੰ ਮੇਰੇ ਕੋਲੋਂ ਬਚਾ ਸਕੇ। ਘਬਰਾਣਾ ਨਹੀਂ, ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਹੀ ਤੈਨੂੰ ਤਿਆਗਾਂਗਾ। ਇਹ ਸੱਚ ਨਹੀਂ ਹੈ। ਕ੍ਰਿਸ ਅਸੀਂ ਆ ਗਏ ਹਾਂ। ਜੋਏ, ਗਿਜ਼ਮੋ, ਤੁਸੀਂ ਮੈਨੂੰ ਲੱਭ ਲਿਆ। ਨਹੀਂ, ਮੈਂ ਤੈਨੂੰ ਰੱਬ ਦੇ ਹਵਾਲੇ ਨਹੀਂ ਹੋਣ ਦਿਆਂਗਾ। ਜੋਏ, ਗਿਜ਼ਮੋ, ਗਿਸਮੋ, ਕੁਝ ਕਰ। ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਗਾ। ਮੈਨੂੰ ਤੇਥੋਂ ਡਰਨ ਦੀ ਲੋੜ ਨਹੀਂ। ਦੇਖੀ, ਰੱਬ ਮੈਨੂੰ ਛੁਡਵਾ ਲਵੇਗਾ।
रुक जा, मैं चेतावनी दे रहा हूं। क्रिस, वो तेरे पीछे। ਸਾਨੂੰ ਛੇਤੀ ਭੱਜ ਲੈਣਾ ਚਾਹੀਦਾ ਹੈ। मेरी भी यही सलाह है। बेवकूफो, ਤੁਹਾਨੂੰ ਕੀ ਲੱਗਦਾ ਹੈ ਤੁਸੀਂ ਮੇਰੇ ਕੋਲੋਂ ਬਚ ਜਾਓਗੇ? ਹੁਣ ਵੀ ਮੇਰੀ ਫੌਜਾਂ ਪੂਰੀ ਧਰਤੀ ਨੂੰ ਘੇਰ ਕੇ ਬੈਠੀਆਂ ਹੋਈਆਂ ਨੇ। ਇਹ ਅਖੀਰੀ ਜੰਗ ਹੈ। ਮੇਰੀਆਂ ਫੌਜਾਂ ਰੱਬ ਦੇ ਭਗਤਾਂ ਨੂੰ ਕੁਚਲ ਕੇ ਰੱਖ ਦੇਣਗੀਆਂ ਤੇ ਤੁਸੀਂ ਮੇਰੇ ਗੁੱਸੇ ਦੀਆਂ ਹੱਦਾਂ ਮਹਿਸੂਸ ਕਰੋਗੇ। Sipahiyan, hamla! ਛੇਤੀ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਬਚਾਵਾਂਗਾ। किस वो ऐना बहादुर है तू? ਇੰਨਾ ਬਹਾਦਰ ਤੂੰ ਕਦੇ ਨਹੀਂ ਸੀ। ਇਹ ਦੁਨੀਆ ਦਾ ਅੰਤ ਹੈ। ਮੇਰੀਆਂ ਕਮਜ਼ੋਰੀਆਂ ਦੱਸਣ ਦਾ ਟਾਈਮ ਨਹੀਂ ਹੈ। शैतान हुण तू जा। की होया इत्थे? ਆਖਰੀ ਜੰਗ। ਇਹ ਰੱਬ ਅਤੇ ਕਾਲੀਆਂ ਤਾਕਤਾਂ ਦੇ ਵਿਚਕਾਰ ਹੋਇਆ ਆਖਰੀ ਯੁੱਧ ਸੀ। ਸ਼ੈਤਾਨ ਅਤੇ ਵਿਕਾਰ ਤਾਕਤਾਂ ਦਾ ਹਮੇਸ਼ਾ ਲਈ ਅੰਤ ਹੋ ਗਿਆ ਹੈ। शैतान ਭਾਵੇਂ ਚਲਾ ਗਿਆ ਹੋਵੇ, ਪਰ ਉਸਨੇ ਕੁਦਰਤੀ ਖੂਬਸੂਰਤੀ ਨੂੰ ਖਤਮ ਕਰ ਦਿੱਤਾ ਹੈ। ਕੀ ਤੁਸੀਂ ਜਾਣਦੇ ਹੋ ਕਿ ਰੱਬ ਆਪਣੀ ਕੁਦਰਤ ਨੂੰ ਬਹਾਲ ਕਰਨ ਦਾ ਬਾਦਸ਼ਾਹ ਹੈ? ਦੇਖੋ, ਦੇਖੋ, ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ, ਭਈ ਵੇਖ ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰ ਇੱਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਵੇਖੋ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਤੂੰ ਇਹ ਸਭ ਲਿਖ ਰਿਹਾ ਹੈ? ਸਾਰੀ ਕੁਦਰਤ ਨੂੰ ਬਹਾਲ ਕਰਨਾ, ਵਾਕਈ ਤੂੰ ਇਹ ਲਿਖ ਰਿਹਾ ਹੈ? ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ।
ਵਾਹ, ਮੈਂ ਤਾਂ ਇਹ ਭੁੱਲ ਹੀ ਗਈ ਸੀ। ਜੋਏ, ਜੇ ਰੱਬ ਸਾਰੀ ਦੁਨੀਆ ਨੂੰ ਮਾਫ ਕਰ ਦਿੰਦਾ ਹੈ ਤੇ ਅਸੀਂ ਜੋ ਕਰਦੇ ਆ ਤੈਨੂੰ ਲੱਗਦਾ ਹੈ ਕਿ ਉਹ ਉਮੀਦ ਹੈ ਤੇਰੇ ਮਾਂ ਪਿਓ। ਤੂੰ ਠੀਕ ਤੇ ਹੈ ਨਾ? ਤੈਨੂੰ ਕੁਝ ਹੋਇਆ ਤੇ ਨਹੀਂ? ਦੱਸ ਤੂੰ ਠੀਕ ਹੈ ਨਾ ਬੇਟਾ? ਮੰਮੀ ਡੈਡ ਅਸੀਂ ਠੀਕ ਆ, ਅਸੀਂ ਬਿਲਕੁਲ ਠੀਕ ਆ। ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਫੌਰਨ ਉੱਥੋਂ ਭੱਜੇ। ਅਸੀਂ ਬਹੁਤ ਡਰ ਗਏ ਸੀ। ਗਿਜ਼ਮੋ, ਇਹ ਸਭ ਹੋਇਆ ਕਿਵੇਂ? ਡੈਡ, ਮੇਰਾ ਕਸੂਰ ਸੀ। ਗਿਜ਼ਮੋ ਤੇ ਜੋ ਨੇ ਮੈਨੂੰ ਚੇਤਾਵਨੀ ਦਿੱਤੀ ਸੀ, ਪਰ ਮੈਂ ਤੁਹਾਡਾ ਸੁਪਰ ਸਰਜ ਜਨਰੇਟਰ ਇਸਤੇਮਾਲ ਕਰਨਾ ਚਾਹ। ਮੈਨੂੰ ਮਾਫ ਕਰੋਗੇ ਡੈਡ? ਕਿਉਂ ਨਹੀਂ ਬੇਟਾ, ਅਸੀਂ ਤੈਨੂੰ ਕਿਉਂ ਨਹੀਂ ਮਾਫ ਕਰ ਸਕਦੇ? ਪਰ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ। ਘਰ ਤੇ ਆਖਰ ਘਰ ਹੁੰਦਾ ਹੈ ਨਾ। ਪਰ ਤੂੰ ਸਾਡਾ ਪੁੱਤਰ ਹੈ। ਇਹ ਤਾਂ ਸਾਰਾ ਸੜ ਗਿਆ। ਪਰ ਰੱਬ ਦੀ ਮਰਜ਼ੀ ਨਾਲ ਸਭ ਬਹਾਲ ਕੀਤਾ ਜਾ ਸਕਦਾ ਹੈ। ਵਿਸ਼ਵਾਸ ਨਹੀਂ ਹੁੰਦਾ ਕਿ ਸੁਪਰ ਬੁੱਕ ਨੇ ਸਾਨੂੰ ਦੁਨੀਆ ਦੇ ਅੰਤ ਦੇ ਦਰਸ਼ਨ ਕਰਵਾ ਦਿੱਤੇ। ਇਹ ਅੰਤ ਨਹੀਂ ਹੈ, ਸੁਪਰ ਬੁੱਕ ਨਾਲ ਸਾਡੀ ਸਾਹਸੀ ਕਹਾਣੀਆਂ ਦੀ ਸ਼ੁਰੂਆਤ ਹੈ। ਓ ਨਹੀਂ, ਹੁਣ ਬਸ ਹੋ ਗਈਆਂ ਸਾਹਸੀ ਕਹਾਣੀਆਂ। ਅਤੇ ਵੇਖੀ, ਮੈਂ ਛੇਤੀ ਆਉਂਦਾ ਹਾਂ। ਤੁਹਾਡੇ ਲਈ ਜੀਆਂ ਮੇਰੀ ਮਦਦ ਕਰੋ ਬਦਲੋ ਜੀਵਨ ਤੇ ਨਵਾਂ ਕਰੋ ਜੀਵਨ ਨਵਾਂ ਕਰੋ ਤੁਹਾਡੇ ਲਈ ਜੀਆਂ ਮੇਰੀ ਮਦਦ ਕਰੋ जरा सोचिए कि हो सकता है इतिहास दे सफर विच उच्चे उड़िए सफर ते चलिए रहस दे अंदर
ਵੇਖੀਏ ਜੋ ਵੇਖਣਾ ਸੀ ਜ਼ਾਹਿਰ ਹੈ ਇਹ ਕਿਆ ਜੇ ਹੈ ਸੁਣਨ ਦੀ ਇੱਛਾ ਇਹ ਬਚਨ ਹੈ ਸਦਾ ਸਾਰੇ ਜਹਾਂ ਦੇ ਲਈ ਇੱਕ ਕਹਾਣੀ ਸਦਾ ਹੈ ਜੋ ਸੱਚ ਇਹ ਬਚਨ ਹੈ ਰੋਸ਼ਨ ਉਸ ਰੋਸ਼ਨੀ ਦੇ ਨਾਲ ਰੱਬ ਨੇ ਦਿੱਤੀ ਜੋ ਆਪਣੇ ਪ੍ਰੇਮ ਵਿੱਚ ਸਫ਼ਰ ਤੇ ਚੱਲ ਕੇ ਵੇਖੋ ਕਰਿਸ਼ਮਾ ਤੁਸੀਂ ਅੰਦਰ ਹੈ ਜੋ ਸਾਡੇ ਸਾਰਿਆਂ ਦੇ ਲਈ ਉਸ ਦਾ ਜਿਉਂਦਾ ਬਚਨ ਸੁਪਰ